हाँ जी दोस्तों, जो मौड़ एरिए ਦੇ ਵਿੱਚ ਮਾਈਸਰ ਖਾਨੇ ਮੰਦਿਰ ਹੈ ਤੇ ਇਸ ਕਮੇਟੀ ਦਾ ਦਾਅਵਾ ਹੈ ਕਿ ਉਸ ਜੋ ਕਮੇਟੀ ਦੇ ਮਾਤਾ ਦੀ ਕਮੇਟੀ ਦਾ ਜੋ ਮੰਦਿਰ ਹੈਗਾ ਉਸ ਦਾ ਪ੍ਰਧਾਨ ਹੈ ਉਹਨੇ ਕੁਝ ਗਲਤ ਹਰਕਤਾਂ ਕੀਤੀਆਂ ਹੋਈਆਂ ਨੇ ਤੇ ਬਾਈ ਵਰਗੇ ਸਬੂਤ ਲੈ ਕੇ ਆਏ ਹੋਏ ਨੇ ਤੇ ਆਜੋ ਕਰਦੇ ਹਾਂ ਗੱਲਬਾਤ। ਬਾਈ ਜੀ ਸਾਰੀ ਗੱਲਬਾਤ ਦੱਸੋ, ਕੀ ਗੱਲਬਾਤ ਹੈ ਇਹ? ਬਾਈ ਜੀ ਇਹ ਹੈ ਕਿ ਅਸੀਂ ਮਾਈਸਰ ਖਾਨਾ ਮਾਲਵਾ ਪ੍ਰਾਂਤੀਆ ਬ੍ਰਾਹਮਣ ਸਭਾ ਦਾ ਮੈਂ ਬੀਐਡ ਕਾਲਜ ਦਾ ਸੈਕਟਰੀ ਸੀ। ਸਾਡੇ 2018 ਦੇ ਵਿੱਚ ਸਾਡੇ ਲਾਵਰਾਮ ਪ੍ਰਧਾਨ ਜੀ ਸਨ ਮੰਦਿਰ ਦੇ, ਕਾਲਜ ਦੇ ਚੇਅਰਮੈਨ ਸੀ ਜੀ। ਹਾਂਜੀ, ਉਹਨਾਂ ਨੇ ਮੈਨੂੰ ਬਤੌਰ ਸੈਕਟਰੀ ਰੱਖਿਆ ਸੀ ਕਾਲਜ ਦੇ ਵਿੱਚ ਜੀ। ਹਾਂਜੀ, ਕਾਲਜ 'ਚ ਮੈਂ ਪਹਿਲਾਂ ਇੰਟਰਸਟ ਨਹੀਂ ਕੀਤਾ ਜੀ। ਜਦੋਂ ਮੈਂ ਇੰਟਰਸਟ ਕਰਨ ਲੱਗਿਆ ਵੀ ਪੈਸਾ ਕਿੱਥੇ ਜਾਂਦਾ, ਕੀ ਕਰ ਰਹੇ ਆ, ਤਾਂ ਉਹ ਕੁਝ ਗੱਲਾਂ ਮੇਰੇ ਸਾਹਮਣੇ ਆਈਆਂ। ਇੱਕ ਤਾਂ ਫੰਡਾਂ 'ਚ ਹੇਰ-ਫੇਰ ਬਹੁਤ ਕੀਤੀ ਹੈ ਜੀ ਪੈਸੇ ਦੀ। ਹਾਂਜੀ, ਦੂਸਰਾ ਜੀ ਇਹਨਾਂ ਦੀ ਮੇਰੇ ਕੋਲੇ ਆਡੀਓ ਨਿਕਲੇ ਜਿਨ੍ਹਾਂ ਵਿੱਚ ਲੜਕੀਆਂ ਨੂੰ ਕਹਿ ਰਹੇ ਆ ਜੀ ਇਹ ਵੀ ਇਹਨਾਂ ਨੂੰ ਚੰਡੀਗੜ੍ਹ ਲੈ ਜਾਾਂਗੇ ਵੀ ਹੋਰ। ਤੁਹਾਡੇ ਕੋਲੇ ਕੀ ਸਬੂਤ ਆ ਲੜਕੀਆਂ ਨੂੰ? ਕੀ ਮੇਰੇ ਪੁਖਤਾ ਸਬੂਤ ਆ ਜੀ ਉਹਨਾਂ ਦੇ, ਸੁਣਾਇਓ ਜੀ ਮਾੜਾ ਜਿਹਾ। ਫੇਰ ਕੀ ਮੈਂ ਚੱਲ ਹੱਦ ਵਰ ਕਹਿੰਦੀ ਮੈਂ ਬਾਅਦ ਚ ਗੱਲ ਕਰਦੀ ਆਂ। ਭੈਣ ਜੋੜੀ ਚੱਲ ਕੋਈ ਨਹੀਂ, ਨਹੀਂ ਉਹਨੂੰ ਕਹਿੰਦਾ ਹੈਗਾ ਇਹਨੂੰ ਕਾਲਜ 'ਚ ਰੱਖ ਲਓ। ਫਿਰ ਰਖਾ ਦਿੰਦੇ ਆ, ਤੂੰ ਉਹਨੂੰ ਲਿਆ ਪੁੱਠੀ ਯਾਰ ਕਿੱਥੇ। ਹੁਣ ਉਹਨੂੰ ਕੀ ਕਰਾਂ, ਜਾਂ ਮਸ਼ਾ ਭਜਾਇਆ, ਉਹ ਤੋਂ ਕੀ ਕਰਾਉਣਾ? ਕਿਉਂ ਜਮਾਂ ਹੀ ਕੰਦਾ ਹੋਏ ਹੋਰ ਬਈ, ਉਹ ਤੋਂ ਕੀ ਕਰਾਉਣਾ? ਅੱਛਾ ਯਾਰ ਜਮਾਂ ਰੱਖ ਕਰਾਓਗੇ ਜਮੀ ਬਈ, ਕੀ ਕਰਾਉਣਾ ਉਹ ਤੋਂ? ਅੱਛਾ ਯਾਰ ਕੋਈ ਹੋਰ ਫਿਰ ਭਾਲ ਕੋਈ ਨਹੀਂ ਲੱਭ ਦਾਂਗੇ। ਤੂੰ ਗੱਲ ਦਾ ਹੁਣ ਮੇਰੀ ਗੱਲ ਸੁਣ, ਰਾਕਲ ਹੋਏ ਭਾਵੇਂ ਉਹ ਚੰਡੀਗੜ੍ਹ ਕਿਤੇ ਦਬਾ ਟਾਈਮ ਉਹਦੇ ਨਾਲ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਹੈਲੋ ਹਾਂਜੀ ਪ੍ਰਧਾਨ ਜੀ। ਹੈਲੋ ਹਾਂ ਹਾਂ ਬਈ, ਉਹ ਗੱਲ ਸੁਣ। ਹਾਂ ਹਾਂ, ਭਾਲ ਕੋਈ ਜੱਜ ਦਾ ਮਾਲ। ਕੋਈ ਨੀ ਲੱਭ ਲਾਂਗੇ। ਭਾਂਦਾਰਾ ਦੇਖ ਲੈ ਤੂੰ, ਸਾਡੇ ਨਾਲ ਬਾਹਰ ਲੁੱਚਾ ਬੰਦਾ ਨੂੰ। ਉਹ ਨਹੀਂ ਲੱਭ ਲਾਂਗੇ, ਅਸੀਂ ਤੇਰੇ ਭਾਂਦਾਰਾ ਆਪਦੇ ਬਣ ਕੇ ਰਹਿੰਦੇ, ਤੈਨੂੰ ਬੰਦੇ ਦੇ ਭੇਜੀ ਨੀ। ਉਹ ਮੈਂ ਵੀ ਆਪਦਾ ਹੀ ਆ, ਹੋਰ ਕਿ ਮੈਂ ਦੱਸ ਕੀ ਜੱਜ ਦਾ ਮਾਲ ਭਾਲ ਦਿੰਦੇ ਕਿਉਂ ਦੱਸ? ਭਾਲ ਦਿੰਦੇ ਆ 2-4 ਦਿਨਾਂ ਚ। ਠੀਕ ਹੈ 2-4 ਦਿਨਾਂ ਦੇ ਬਾਅਦ ਪੱਕਾ? ਹਾਂ ਪੱਕਾ। ਹਾਂਜੀ ਸਰ, ਜੋ ਇਹ ਮਾਈਸਰ ਖਾਨਾ ਵਾਲਾ ਮਾਮਲਾ ਹੈਗਾ ਇਹਦੀ ਪੂਰੀ ਡਿਟੇਲ ਤੇ ਪੂਰਾ ਕੀ ਮਾਮਲਾ ਸਰ ਉਹ ਦੱਸੋ। ਸਰ ਮਾਈਸਰ ਖਾਨਾ ਇੱਕ ਬਹੁਤ ਹੀ ਪ੍ਰਾਚੀਨ ਤੇ ਮਸ਼ਹੂਰ ਮੰਦਿਰ ਹੈ ਜਿਹਦੇ ਚ ਮਾਂ ਜਵਾਲਾ ਜੀ ਦੀ ਜੋਤ ਜਗਦੀ ਹੈ ਔਰ ਉਹਦੇ ਚ ਲੱਖਾਂ ਦੀ ਤਾਦਾਦ ਚ ਸਾਲ ਚ ਦੁਨੀਆ ਪਬਲਿਕ ਆਉਂਦੀ ਹੈ ਔਰ ਆ ਕੇ ਦਰਸ਼ਨ ਕਰਦੀ ਹੈ, ਆਪਣੀਆਂ ਆਸਾਂ ਮਰਿਆਦਾਂ ਪੂਰੀਆਂ ਕਰਦੀ ਹੈ। ਉਹਦੇ ਵਿੱਚ ਇੱਕ ਕਮੇਟੀ ਸੀ ਜਿਹਦੇ ਵਿੱਚ ਲਾਭ ਰਾਮ, ਸ਼ਿਵ ਕੁਮਾਰ, ਹੋਰ 5-7 ਜਾਣੇ, ਇਹ ਲੋਕ ਪਹਿਲਾਂ ਕਮੇਟੀ 'ਚ ਸੀਗੇ ਜੀ ਔਰ ਪਿਛਲੇ 5-7 ਸਾਲ ਤੋਂ ਇਹਨੂੰ ਕਰ ਰਹੇ ਸੀ ਮੈਨੇਜ ਜੀ। ਉਹਦੇ ਦੌਰਾਨ ਇਲੈਕਸ਼ਨ ਹੋਈ ਐਜ਼ ਪਰ ਲਾਅ, ਜੋ ਸਾਡੇ ਮੰਦਿਰ ਦਾ ਲਾਅ ਹੈ ਉਹਦੇ ਮੁਤਾਬਕ ਇੱਕ ਇਲੈਕਸ਼ਨ ਕੰਡਕਟ ਕਰਾਈ ਗਈ ਜੀ। ਇਲੈਕਸ਼ਨ ਵਾਸਤੇ ਪ੍ਰੋਪਰ ਇਲੈਕਸ਼ਨ ਕਮੇਟੀ ਬਣਾਈ ਗਈ। ਇਲੈਕਸ਼ਨ ਕਮੇਟੀ ਨੇ ਜਦੋਂ ਇਲੈਕਸ਼ਨ ਕਰਨ ਤੋਂ ਬਾਅਦ ਸ਼੍ਰੀ ਕਰਨ ਅਵਤਾਰ ਕਪਿਲ ਇੱਕ ਪ੍ਰੈਜ਼ੀਡੈਂਟ ਚੁਣੇ ਗਏ ਕਮੇਟੀ ਦੁਆਰਾ। ਇਹ 15/3/2020 ਚ ਇਹ ਚੁਣੇ ਗਏ ਸੀ ਤੇ ਉਸ ਤੋਂ ਬਾਅਦ 22 ਤਰੀਕ ਨੂੰ ਆਪਣਾ ਕਰੋਨਾ ਆ ਗਿਆ ਸੀ, 22-28 ਨੂੰ ਜੀ। ਸੋ ਚਾਰਜ ਦੀ ਵਾਰੀ ਜਦੋਂ ਆਈ ਤੇ ਇਹਨਾਂ ਨੇ ਕਿਹਾ ਕਿ ਮੈਂ ਚਾਰਜ ਲੈਣਾ ਚਾਹੁੰਦਾ, ਬਟ ਮੈਨੂੰ ਔਨ ਪੇਪਰ ਪ੍ਰੋਪਰ ਤਰੀਕੇ ਨਾਲ ਚਾਰਜ ਦੇ ਦਿਓ ਪੁਰਾਣੀ ਕਮੇਟੀ ਕੋਲੋਂ। ਠੀਕ ਹੈ, ਪਰ ਉਹਨਾਂ ਲੋਕਾਂ ਨੇ ਗਲਤ ਤਰੀਕੇ ਨਾਲ ਉਲਟ ਪ੍ਰੈਸ਼ਰ ਪਾ ਕੇ ਇਹਨਾਂ ਤੇ ਧਮਕਾਉਣਾ ਸ਼ੁਰੂ ਕਰਤਾ ਵੀ ਐਜ਼ ਇਟ ਇਜ਼ ਚਾਰਜ ਲੈ ਜੋ ਅਸੀਂ ਦੇਣਾ ਚਾਹੁੰਦੇ ਆ। ਮਤਲਬ ਕੋਈ ਗੁੱਲਕ ਦਾ ਹਿਸਾਬ ਨਾਲ ਲੈ, ਮੰਦਿਰ ਕੋਲ 84 ਤੋਲੇ ਸੋਨਾ ਸੀ, ਉਹਦਾ ਹਿਸਾਬ ਨਾਲ ਮੰਗ 4-5 ਕਿਲੋ ਚਾਂਦੀ ਸੀ, ਮੰਦਿਰ ਦੀਆਂ ਹੋਰ ਐਸੈਟ ਸੀ, ਈਵਨ ਚਮਚੇ ਭਾਂਡੇ ਜਿਹੜੀਆਂ ਚੀਜ਼ਾਂ ਹੈ ਉਹ ਇੱਕ ਪਬਲਿਕ ਦੀ ਪ੍ਰਾਪਰਟੀ ਹੈ, ਉਹ ਮੇਰੀ ਵੀ ਨਹੀਂ ਹੈ, ਉਹ ਪ੍ਰਧਾਨ ਦੀ ਵੀ ਨਹੀਂ, ਉਹ ਕਿਸੇ ਦੀ ਨਹੀਂ ਹੈ। ਠੀਕ ਹੈ, ਸੋ ਪਬਲਿਕ ਪ੍ਰਾਪਰਟੀ ਦਾ ਪੂਰਾ ਹਿਸਾਬ ਦੇ ਦਿਓ ਤਾਂ ਜੋ ਮੈਂ ਉਸੇ ਨੂੰ ਅੱਗੇ ਕੰਟੀਨਿਊ ਕਰਾਂ। ਉਹਦੇ ਵਿੱਚ ਇੱਕ ਕਾਲਜ ਵੀ ਹੈ, ਉਹ 'ਚ ਸਪੋਰਟਸ ਕਲੱਬ ਖੋਲਿਆ, ਜਿਹੜੇ ਕਰੰਟ ਪ੍ਰੈਜ਼ੀਡੈਂਟ ਨੇ ਉਹਨਾਂ ਨੇ, ਮਤਲਬ ਪਬਲਿਕ ਦੇ ਪੈਸੇ ਪਬਲਿਕ 'ਚ ਵਰਤਣ ਵਾਸਤੇ ਉਹਨਾਂ ਦਾ ਇੱਛਾ ਸੀ। ਤੇ ਪੁਰਾਣੀ ਕਮੇਟੀ ਕੋਲ ਜਦੋਂ ਉਹਨਾਂ ਨੇ ਹਿਸਾਬ ਮੰਗਿਆ ਤੇ ਉਹਨਾਂ ਨੇ ਉਹ ਹਿਸਾਬ ਦੇਣ ਤੋਂ ਇਨਕਾਰ ਕਰਤਾ, ਪਲੱਸ ਇਹਨਾਂ ਨੂੰ ਧੱਕਾ ਕਰਨਾ ਸ਼ੁਰੂ ਕਰਤਾ ਕਿ ਤੁਸੀਂ ਜਿੱਦਾਂ ਵੀ ਅਸੀਂ ਦੇਣਾ ਚਾਹੁੰਦੇ ਹਾਂ ਹਿਸਾਬ ਉਸੇ ਤਰ੍ਹਾਂ ਹੀ ਲਵੋ। ਠੀਕ ਹੈ, ਸੋ ਇਹਨਾਂ ਨੇ ਉਹਦੇ ਤੇ ਆਬਜੈਕਸ਼ਨ ਰੇਜ਼ ਕੀਤੀ। ਸੋ ਉਹਨਾਂ ਨੇ ਚਲਾਕੀ ਇਹ ਕੀਤੀ ਕਿ ਬਜਾਏ ਚਾਰਜ ਦੇਣ ਤੋਂ ਜਿਹੜਾ ਲਾਭ ਰਾਮ ਸੀ ਉਹਨੇ ਆਪਣੇ ਆਪ ਹੀ ਇੱਕ ਦਸਤਾਵੇਜ਼ ਤਿਆਰ ਕੀਤਾ। ਦਸਤਾਵੇਜ਼ ਵਿੱਚ ਇੱਕ ਅੱਗੇ ਸ਼ਿਵ ਕੁਮਾਰ ਮੋਹੀ ਨੂੰ ਬਿਨਾਂ ਇਲੈਕਸ਼ਨ ਕਰਾਇਆ ਇੱਕ ਦਸਤਾਵੇਜ਼ ਤਿਆਰ ਕੀਤਾ। ਮੈਂ ਦਸਤਾਵੇਜ਼ ਦਿਖਾਉਣਾ, ਆਹ ਦਸਤਾਵੇਜ਼ ਹੈ, ਦਰਸ਼ਕ ਵੀ ਦੇਖਣ। ਇਹਦੇ ਵਿੱਚ ਇੱਥੇ ਤਹਿਸੀਲਦਾਰ ਸਾਹਿਬ ਦੇ ਸਾਈਨ ਤੇ ਮੋਹਰ ਹੈ। ਠੀਕ ਹੈ ਜੀ, ਇਹ ਜਿਹੜੀ ਤਹਿਸੀਲਦਾਰ ਸਾਹਿਬ ਦੇ ਸਾਈਨ, ਇਹਦੇ ਵਿੱਚ ਹੁਣ ਲਾਭ ਰਾਮ ਲਿਖਦਾ ਹੈ ਕਿ ਮੈਂ ਅੱਜ 12/2/21 ਨੂੰ ਮਾਲਵੀਆ ਪ੍ਰਾਂਤੀ ਬ੍ਰਾਹਮਣ ਸਭਾ ਦੇ ਮੰਦਿਰ ਵਿੱਚ ਇੱਕ ਇਜਲਾਸ ਰੂਪ ਇਕੱਠੇ ਵਿੱਚ ਸਮੂਹ ਨਗਰ ਪੰਚਾਇਤ ਦੇ ਸਾਰੇ ਵੱਖ-ਵੱਖ ਪਿੰਡਾਂ ਵਿੱਚੋਂ ਆਏ ਬ੍ਰਾਹਮਣ ਭਾਈਚਾਰੇ ਦੀ ਮੌਜੂਦਗੀ ਵਿੱਚ ਮੰਦਿਰ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ ਹੇਠ ਲਿਖੇ ਅਹੁਦੇਦਾਰਾਂ ਦੀ ਚੋਣ ਹੋਈ। ਇਹ ਕਮੇਟੀ ਦਾ ਗਠਨ ਸੰਵਿਧਾਨ ਅਨੁਸਾਰ ਮਿਤੀ ਸਰਬਸੰਮਤੀ ਨਾਲ 12/2/21 ਤੋਂ 12/2/26 ਤੱਕ ਕੀਤਾ ਗਿਆ ਹੈ।
ਇੱਥੇ ਤਰੀਕ ਪਾਉਂਦਾ ਹੈ 12/2/21 ਤੋਂ 12/2/26, ਜਦਕਿ ਇਲੈਕਸ਼ਨ ਪਹਿਲਾਂ ਹੋ ਚੁੱਕੀ ਹੈ। ਨੰਬਰ 1। ਹਾਂਜੀ। ਨੰਬਰ 2, ਇਹਦੇ ਵਿੱਚੋਂ ਕਿਹਨੂੰ ਪ੍ਰਧਾਨ ਕਹਿੰਦਾ ਪਿਆ? ਸ਼ਿਵ ਕੁਮਾਰ ਮੋਹੀ ਪੁੱਤਰ ਜਗਨਨਾਥ ਨੂੰ, ਫਿਰ ਨਰੇਸ਼ ਕੁਮਾਰ ਪੁੱਤਰ ਸੁਖਦੇਵ ਸਿੰਘ ਉਪ ਪ੍ਰਧਾਨ, ਬੀਰਬਲ ਦਾਸ ਪੁੱਤਰ ਹੇਮਰਾਜ ਨੂੰ ਸੈਕਟਰੀ, ਤੇ ਸ਼੍ਰੀ ਭੁਪਿੰਦਰ ਸ਼ਰਮਾ ਸੁਪੁੱਤਰ ਮੋਹਨ ਲਾਲ ਖਜ਼ਾਨਚੀ। ਇਹ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਕਮੇਟੀ ਚੁਣੀ ਗਈ ਹੈ। ਇਹ ਤਹਿਸੀਲਦਾਰ ਸਾਹਿਬ ਦੀ ਮੋਹਰ ਲੱਗਦੀ ਹੈ। ਇੱਧਰ ਇੱਕ ਨੰਬਰ ਪੈਂਦਾ ਹੈ ਤੇ ਇੱਕ ਪਿੰਡ ਦਾ ਸਰਪੰਚ ਸਤਨਾਮ ਸਿੰਘ ਇਹਨੂੰ ਤਸਦੀਕ ਕਰਦਾ ਹੈ। ਇੱਥੇ ਇੱਕ ਗੱਲ ਦੱਸਣੀ ਬੜੀ ਜ਼ਰੂਰੀ ਹੈ ਸਾਰੇ ਮੈਂਬਰਾਂ ਨੂੰ, ਜਿਹੜੇ ਬੁੱਧੀਜੀਵੀ ਇਹ ਦੇਖ ਰਹੇ ਨੇ ਇਸ ਸ਼ੋਅ ਨੂੰ, ਉਹਨਾਂ ਨੂੰ ਇਹ ਦੱਸਦੇ ਹਾਂ ਕਿ ਇਹ ਡਾਕੂਮੈਂਟ ਇੱਕ ਪਾਸੇ ਤਿਆਰ ਕੀਤਾ, ਦੂਜੇ ਪਾਸੇ ਇੱਕ ਨਵਾਂ ਰੈਜ਼ੋਲੂਸ਼ਨ ਬਣਾਇਆ ਜਿਹਦੇ ਵਿੱਚ 22 ਤਰੀਕ ਲਿਖ ਦਿੱਤੀ ਗਈ ਕਿ 22/2 ਨੂੰ ਇਲੈਕਸ਼ਨ ਹੋਏ। ਤੀਜੇ ਪਾਸੇ ਇਸੇ ਗੱਲ ਦੀ ਕੰਟਰੋਵਰਸੀ ਦੱਸਦਾ, ਤੀਜੇ ਪਾਸੇ ਜਦੋਂ ਇਹਦੇ ਤੇ ਜਾਲੀ ਤੌਰ ਤੇ 145 ਲਵਾਈ ਗਈ, 145/46, ਉਹਦੇ ਵਿੱਚ ਜਿਹੜੇ ਬਿਆਨ ਹੋਏ ਉਹਦੇ ਚ ਚੌਥੀ ਧਿਰ ਹੈ ਸਤਨਾਮ ਸਿੰਘ। ਸਤਨਾਮ ਸਿੰਘ ਹੀ ਕਹਿੰਦਾ ਵੀ ਉੱਥੇ ਕੋਈ ਵੀ ਨਹੀਂ ਸੀ, ਆ 3 ਬੰਦੇ ਬੈਠੇ ਸੀ, ਇਹਨਾਂ ਨੇ ਮੈਨੂੰ ਸੱਦਿਆ, ਮੈਂ 22 ਤਰੀਕ ਨੂੰ ਗਿਆ ਤੇ ਮੈਂ ਇਹਨਾਂ ਨੇ ਕਿਹਾ ਵੀ ਕਾਗਜ਼ ਤੇ ਮੋਹਰ ਲਾ ਦੇ, ਤੇ ਮੈਂ ਕਾਗਜ਼ ਤੇ ਮੋਹਰ ਲਾਤੀ। ਫਿਰ ਹੋਰ ਜਿਹੜੇ 25-50 ਬੰਦਿਆਂ ਦੇ ਸਾਈਨ ਹੈ, ਉਹ ਪਤਾ ਨਹੀਂ ਉਹ ਸਾਈਨ ਪੈਰ 'ਚ ਪੈਨ ਫੜ ਕੇ ਕੀਤੇ ਹੈ ਕਿ ਖੱਬੇ ਹੱਥ ਨਾਲ ਕੀਤੇ ਹੈ। ਨਾਂ ਲਿਖਿਆ ਹੈ ਘੁੱਗੀ ਜੀ ਮਾਰੀ ਹੈ, ਨਾ ਕਿਸੇ ਦਾ ਆਧਾਰ ਕਾਰਡ ਹੈ, ਨਾ ਕਿਸੇ ਦਾ ਮੋਬਾਈਲ ਨੰਬਰ ਹੈ, ਨਾ ਕਿਸੇ ਦਾ ਐਡਰੈਸ ਹੈ। ਮਤਲਬ ਟੋਟਲੀ ਖਾਨਾ ਪੂਰਤੀ ਕੀਤੀ ਹੈ ਕਮੇਟੀ ਦੀ? ਨਹੀਂ, ਫਰਜ਼ੀਵਾੜਾ ਕੀਤਾ ਗਿਆ। ਇਹ ਤਹਿਸੀਲਦਾਰ ਸਾਹਿਬ ਦੀ ਮੋਹਰ ਜਾਲੀ ਹੈ। ਇਹਦਾ ਮੇਰੇ ਕੋਲ ਦਸਤਾਵੇਜ਼ ਮੌਜੂਦ ਹੈ। ਤਹਿਸੀਲਦਾਰ ਸਾਹਿਬ ਨੂੰ ਅਸੀਂ ਵੀ ਸਵਾਲ ਪੁੱਛਿਆ, ਉਹਨਾਂ ਨੇ ਕਿਹਾ ਕਿ ਮੈਂ ਕਿਸੇ ਕਿਸਮ ਦੀ ਇਹੋ ਜੀ ਕੋਈ ਇਲੈਕਸ਼ਨ ਕਰਾਈ ਨਹੀਂ, ਨਾ ਮੈਨੂੰ ਕਿਸੇ ਅਫਸਰਾਨ ਬਾਲਾ ਜੀ ਦਾ ਹੁਕਮ ਹੋਇਆ ਤੇ ਨਾ ਮੈਂ ਕੋਈ ਕੰਮ ਕੀਤਾ। ਜਦੋਂ ਇਹ ਚੀਜ਼ ਸਾਡੇ ਸਾਹਮਣੇ ਆਈ, ਤਹਿਸੀਲਦਾਰ ਸਾਹਿਬ ਦੀ ਮੋੜ ਦੀ ਆ ਸਿਗਨੇਚਰ ਨੇ ਤਹਿਸੀਲਦਾਰ ਸਾਹਿਬ ਦੇ, ਅਸਲੀ ਸਾਈਨ। ਠੀਕ ਹੈ ਜੀ, ਨੇੜੇ ਕਰਕੇ ਦਿਖਾ ਦਿੰਦੇ ਆ ਪਬਲਿਕ ਨੂੰ। ਇਹ ਅਸਲੀ ਚਿੱਠੀ ਹੈ, ਨੰਬਰ ਲੱਗਾ 1099 16/10/22 ਨੂੰ, ਤੇ ਨਕਲੀ ਸਾਈਨ ਵੀ ਵੇਖ ਲੈਣ, ਆਮ ਜਨਤਾ ਵੀ ਵੇਖ ਲੂਗੀ ਕਿ ਸਾਈਨ ਜਾਲੀ ਨੇ। ਆ ਮੇਰੇ ਉਂਗਲੀ ਕੋਲ ਨਿਸ਼ਾਨ ਨੇ। ਠੀਕ ਹੈ ਜੀ, ਇਹ ਦੋਨੋਂ ਸਾਈਨ ਵੀ ਵੇਖ ਲਓ ਜਾਲੀ ਹੈ। ਤੇ ਜਦੋਂ ਇਹ ਦਿੱਤੇ ਗਏ ਤੇ ਅਸੀਂ ਫਿਰ ਇੱਕ ਕੰਪਲੇਂਟ ਮੂਵ ਕੀਤੀ ਡੀਜੀਪੀ, ਹੋਮ ਸੈਕਟਰੀ, ਸਾਰਿਆਂ ਨੂੰ, ਪ੍ਰਧਾਨ ਜੀ ਦੁਆਰਾ, ਸ਼੍ਰੀ ਕਰਨ ਅਵਤਾਰ ਕਪਿਲ ਵੱਲੋਂ। ਔਰ ਜਦੋਂ ਉਦੋਂ ਤੇ ਵੀ ਕੋਈ ਸੁਣਵਾਈ ਨਹੀਂ ਹੋਈ, ਕਿਉਂਕਿ ਇਹ ਜਿਹੜਾ ਨਾ ਪੋਲੀਟੀਕਲੀ ਮੋਟੀਵੇਟਡ ਮੈਟਰ ਸੀ, ਕਈ ਸਾਰੇ ਸੰਤਰੀ ਮੰਤਰੀ ਤੰਤਰੀ ਇਹਦੇ 'ਚ ਜੁੜੇ ਸੀ। ਸੋ ਅਸੀਂ ਫਿਰ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਸ਼੍ਰੀ ਅਮੋਲ ਰਤਨ ਸਿੱਧੂ ਜੀ ਤੇ ਕੇਸ ਲੱਗਿਆ, 31/3 ਵਾਸਤੇ ਪੈਂਡਿੰਗ ਹੈ। ਔਰ ਮਾਨਯੋਗ ਹਾਈ ਕੋਰਟ ਨੇ ਐਸਐਸਪੀ ਬਠਿੰਡਾ ਕੋਲੋਂ ਇਹਦੇ ਤੇ ਐਫੀਡੇਵਿਟ ਮੰਗਿਆ ਕਿ ਸਾਨੂੰ ਐਫੀਡੇਵਿਟ ਦੇ। ਇਹਦੇ ਦੌਰਾਨ ਇਹਨਾਂ ਦਾ ਇੰਨਾ ਜ਼ਿਆਦਾ ਜਿਗਰਾ ਵੱਧ ਗਿਆ, ਸ਼ਿਵ ਕੁਮਾਰ ਮੋਹੀ, ਲਾਭ ਰਾਮ, ਨਰੇਸ਼ ਕੁਮਾਰ, ਬੀਰਬਲ ਤੇ ਭੁਪਿੰਦਰ ਹੋਣਾ ਦਾ, ਇਹਨਾਂ ਨੇ ਕਈ ਹੋਰ ਦਸਤਾਵੇਜ਼ ਤਿਆਰ ਕੀਤੇ। ਮਾਨਯੋਗ ਅਦਾਲਤ ਤਲਵੰਡੀ ਸਾਬੋ ਵਿਖੇ ਇਹਨਾਂ ਨੇ ਆਪਣੇ ਆਪ ਨੂੰ ਪ੍ਰਧਾਨ ਕਹਿ ਕੇ ਇੱਕ ਐਪਲੀਕੇਸ਼ਨ ਮੂਵ ਕੀਤੀ, ਜਿਹਨੂੰ ਮੈਂ ਇੱਕ ਬਤੌਰ ਵਕੀਲ ਇੰਨੀ ਗੱਲ ਦੱਸ ਦਿੰਦਾ, ਉਹਨੂੰ ਅਨਕੁਆਲੀਫਾਈਡ ਸੂਟ, ਇਲੀਗਲ ਪਟੀਸ਼ਨ ਔਰ ਐਪਲੀਕੇਸ਼ਨ ਕਿਹਾ ਜਾਂਦਾ ਹੈ। ਉਹ ਕਿਸ ਤਰ੍ਹਾਂ, ਜਦੋਂ ਵੀ ਕੋਈ ਅਸੀਂ ਐਪਲੀਕੇਸ਼ਨ ਮੂਵ ਕਰਦੇ ਹਾਂ, ਉਹਦੇ ਵਿੱਚ ਲਾਸਟ ਦੇ ਉੱਤੇ ਇੱਕ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਹੁੰਦੀ ਹੈ। ਉਹਦੇ ਵਿੱਚ ਸਹੁੰ ਚੁੱਕੀ ਜਾਂਦੀ ਹੈ ਕਿ ਜੋ ਵੀ ਮੈਂ ਇਸ ਪਟੀਸ਼ਨ 'ਚ ਗੱਲਾਂ ਲਿਖੀਆਂ ਨੇ ਉਹ ਪੂਰੀ ਤਰ੍ਹਾਂ ਸੱਚ ਹੈ, ਕਿਸੇ ਕਿਸਮ ਦਾ ਕੋਈ ਪਾਰਟ ਇਹਦੇ 'ਚ ਝੂਠਾ ਨਹੀਂ ਹੈ। ਆਹ ਦੇਖੋ, ਇਹ ਸਾਡੇ ਵੱਲੋਂ ਦਿੱਤੀ ਗਈ ਪਟੀਸ਼ਨ ਹੈ। ਇਹਦੇ ਵਿੱਚ ਥੱਲੇ ਵੈਰੀਫਿਕੇਸ਼ਨ ਪਾਰਟ ਹੈ ਤੇ ਵੈਰੀਫਿਕੇਸ਼ਨ ਦੇ ਥੱਲੇ ਸਾਈਨ ਹੈ, ਔਰ ਵੈਰੀਫਿਕੇਸ਼ਨ ਦੇ ਉੱਪਰ ਜਿਹੜਾ ਵੀ ਬੰਦਾ ਕਰਦਾ ਉਹਦੇ ਸਾਈਨ ਹੁੰਦੇ। ਇੱਕ ਵੈਰੀਫਿਕੇਸ਼ਨ ਹੁੰਦੀ ਹੈ ਔਰ ਇਹਦੀ ਸਪੋਰਟ ਵਿੱਚ ਇੱਕ ਐਫੀਡੇਵਿਟ ਲੱਗਦਾ ਹੈ। ਔਰ ਐਫੀਡੇਵਿਟ ਜਦੋਂ ਲੱਗਦਾ, ਐਫੀਡੇਵਿਟ ਲੱਗਿਆ, ਡਿਊਲੀ ਓਥ ਕਮਿਸ਼ਨ ਨੋਟਿਸ ਤੋਂ ਟੈਸਟ ਹੁੰਦਾ ਹੈ, ਡੈਪੋਨੈਂਟ ਦੀ ਮੋਹਰ ਲੱਗਦੀ ਹੈ ਕਿ ਜਿਹੜੀ ਸਪੋਰਟਿੰਗ ਐਪਲੀਕੇਸ਼ਨ ਹੈ ਉਹ ਬਿਲਕੁਲ ਸੱਚੀ ਸੁੱਚੀ ਹੈ। ਤੇ ਉਸ ਤੋਂ ਇਲਾਵਾ ਮੰਨ ਲਓ ਮੈਂ ਆਪਣੇ ਆਪ ਨੂੰ ਅੱਜ ਕਹਾਂ ਮੈਂ ਪ੍ਰਧਾਨ ਮੰਤਰੀ ਹਾਂ ਇੰਡੀਆ ਦਾ, ਤੇ ਮੈਂ ਕੋਰਟ 'ਚ ਆਵਾਂ ਤੇ ਮੇਰੀ ਐਪਲੀਕੇਸ਼ਨ ਐਕਸੈਪਟ ਹੋ ਜੇ, ਇੱਕ ਕਾਨੂੰਨਨ ਜੁਰਮ ਹੈ, ਚਾਹੇ ਉਹ ਕੋਰਟ ਨੇ ਕੀਤਾ ਤੇ ਚਾਹੇ ਬੰਦਿਆਂ ਨੇ ਕੀਤਾ। ਅਗਲੀ ਗੱਲ ਇਹਦੇ 'ਚ ਦੱਸ ਦਿੰਦਾ ਕਿ ਜਦੋਂ ਵੀ ਕੋਰਟ 'ਚੋਂ ਐਪਲੀਕੇਸ਼ਨ ਮੂਵ ਹੋਈ, ਉਹਦੇ ਵਿੱਚ ਇਹਨਾਂ ਨੇ ਇੱਕ ਸਟੇ ਡਿਮਾਂਡ ਕੀਤੀ ਔਰ ਉਹ ਸਟੇ ਉਹਨਾਂ ਨੂੰ ਗ੍ਰਾਂਟ ਹੋ ਗਈ 7 ਤਰੀਕ ਨੂੰ, ਔਰ ਉਸ ਤੋਂ ਬਾਅਦ 18 ਤਰੀਕ ਨੂੰ ਸਟੇ ਵਕੇਟ ਵੀ ਹੋ ਗਈ, ਪਰ 145 ਲਾਗੂ ਰਹੀ। ਰਿਸੀਵਰ ਅਪਾਇੰਟ ਹੋ ਗਿਆ ਔਰ ਹੁਣ ਰਿਸੀਵਰ ਕੋਲੋਂ ਅਸੀਂ ਹਿਸਾਬ ਮੰਗਦੇ ਹਾਂ। ਰਿਸੀਵਰ ਨੂੰ ਕਹਿੰਦੇ ਆ ਕਿ ਸਾਨੂੰ ਦੱਸ ਇੱਥੇ ਐਸੈਟ ਕੀ ਨੇ, ਅਸੀਂ ਉਹਦੀਆਂ ਆਰਟੀਆਈ ਵੀ ਪਾਈਆਂ ਔਰ ਹੁਣ ਮੇਲਾ ਹੋਣ ਜਾ ਰਿਹਾ। ਔਰ ਮਾਨਯੋਗ ਅਦਾਲਤ ਜਿਹੜੀ ਤਲਵੰਡੀ ਸਾਬੋ ਹੈ, ਉਹਦੇ 'ਚ ਅਸੀਂ ਜਦੋਂ ਮੂਵ ਕੀਤੀ ਐਪਲੀਕੇਸ਼ਨ, ਉਹਦੇ 'ਚ ਦੱਸਿਆ ਕਿ ਜਨਾਬ ਇਹਨਾਂ ਨੇ ਕੋਰਟ ਨਾਲ ਫਰਾਡ ਕਰ ਲਿਆ, ਪਰਜਰੀ ਕੀਤੀ ਹੈ। ਅਸੀਂ ਪਰਜਰੀ ਦੀ ਵਿੱਚ ਦਫਾ 340 ਹੁੰਦੀ ਹੈ CRPC ਕ੍ਰਿਮੀਨਲ ਪ੍ਰੋਸੀਜਰ ਕੋਡ, ਉਹਦੇ ਵਿੱਚ ਅਸੀਂ ਇਹਦੇ ਤੇ ਇੱਕ ਐਪਲੀਕੇਸ਼ਨ ਮੂਵ ਕੀਤੀ ਕਿ ਜਿਹੜੀ ਇਹਨਾਂ ਨੇ ਕੋਰਟ ਨਾਲ ਪਰਜਰੀ ਕੀਤੀ ਹੈ ਉਹਦੇ ਲਈ 10 ਸਾਲ ਕੈਦ ਘੱਟੋ ਘੱਟ ਤੇ ਨਾਲ 10 ਲੱਖ ਰੁਪਏ ਜੁਰਮਾਨਾ ਹੁੰਦਾ ਹੈ। ਅਸੀਂ ਉਹਦੀ ਡਿਮਾਂਡ ਕੀਤੀ ਹੈ। 151 CPC ਦੀ ਇਨਹੈਰੈਂਟ ਪਾਵਰਸ ਆਫ ਦੀ ਕੋਰਟ ਐਪਲੀਕੇਸ਼ਨ ਮੂਵ ਕੀਤੀ ਹੈ ਕਿ ਜਿਹੜੀ ਇਹਨਾਂ ਨੇ ਆਰਡਰ 23 ਰੂਲ 3 ਦੀ ਐਪਲੀਕੇਸ਼ਨ ਮੂਵ ਕੀਤੀ ਹੈ ਉਹ ਬਿਲਕੁਲ ਇਲੀਗਲ, ਜਾਲੀ, ਫਰਜੀ ਤੇ ਮਿਸਲੀਡਿੰਗ ਹੈ।
ਉਹਦੇ ਵਿੱਚ ਆਪਣੇ ਆਪ ਨੂੰ ਜਿਹੜਾ ਇਹਨਾਂ ਨੇ ਪ੍ਰਧਾਨ ਲਿਖਿਆ, ਉਸ ਪ੍ਰਧਾਨਗੀ ਦਾ ਕੋਈ ਦਸਤਾਵੇਜ਼ ਇਹਨਾਂ ਨੇ ਕੋਰਟ ਤੇ ਨਹੀਂ ਲਾਇਆ, ਨਾ ਉਹਦਾ ਕੋਈ ਐਫੀਡੇਵਿਟ ਦਿੱਤਾ। ਸੋ ਇਹੋ ਜਿਹੀਆਂ ਪ੍ਰੋਸੀਡਿੰਗਸ ਇੱਥੇ ਚੱਲ ਰਹੀਆਂ। ਇਸੇ ਤਰ੍ਹਾਂ ਮਾਨਯੋਗ ਹਾਈ ਕੋਰਟ 'ਚ ਵੀ ਅਸੀਂ ਸਾਰੀਆਂ ਪ੍ਰੋਸੀਡਿੰਗਸ ਡੇ ਬਾਏ ਡੇ ਚਲਾ ਰਹੇ ਹਾਂ। ਔਰ ਇੱਕੋ ਹੀ ਮੰਗ ਹੈ ਮੇਰੀ ਔਰ ਮੇਰੇ ਟੀਮ ਦੀ, ਜਿਨ੍ਹਾਂ ਵੱਲੋਂ ਮੈਂ ਮੰਦਿਰ ਦੇ ਪ੍ਰਧਾਨ ਜੀ ਵੱਲੋਂ ਜਿਹੜਾ ਕੇਸ ਲੜ ਰਿਹਾ, ਕਿ ਸਾਨੂੰ ਜਿਹੜਾ ਬੰਦਾ ਇਹ ਲੋਕ ਕਲੇਮ ਕਰਦੇ ਕਿ ਅਸਲੀ ਪ੍ਰਧਾਨ ਹੈ, ਇਹ ਉਹਲੇ ਡਾਕੂਮੈਂਟ ਕੋਰਟ 'ਚ ਪੇਸ਼ ਕਰ ਦੇਣ, ਐਫੀਡੇਵਿਟ ਤੇ ਸੈਲਫ ਟੈਸਟ ਕਰਕੇ ਤੇ ਟੈਸਟ ਕਰਾ ਕੇ। ਮੇਰੇ ਪ੍ਰਧਾਨ ਜੀ ਜੋ ਆਪਣੀ ਉਹ ਸੀਟ ਛੱਡਣ ਨੂੰ ਤਿਆਰ ਨੇ, ਉਹਨਾਂ ਨੂੰ ਕੋਈ ਲਾਲਚ ਨਹੀਂ। ਉਹਨਾਂ ਨੇ ਈਵਨ ਸਬ ਕਮੇਟੀ ਵੀ ਬਣਾਤੀ ਔਰ ਅਗਲੀਆਂ ਸਬ ਕਮੇਟੀਆਂ ਫਾਰਮ ਕਰਨ ਦੇ ਚੱਕਰ 145 ਲਾ ਕੇ ਰੁਕਿਆ ਤਾਂ ਕਿ ਟਰਾਂਸਪੇਰੈਂਟ ਕੰਮ ਚੱਲੇ। ਜਿਹੜੇ ਗਰੀਬ ਘਰਾਂ ਦੇ ਬੱਚੇ, ਲੋੜਵੰਦ ਪਰਿਵਾਰ ਹੈ, ਬਿਨਾਂ ਜਾਤ ਵੇਖਿਆ, ਉਹਨਾਂ ਨੂੰ ਪੜ੍ਹਾਈ, ਉਹਨਾਂ ਦੀ ਐਜੂਕੇਸ਼ਨ, ਉਹਨਾਂ ਦੀ ਮੈਡੀਕਲ, ਉਹਨਾਂ ਦੀ ਸਪੋਰਟਸ, ਇਹੋ ਜਿਹੀਆਂ ਕੈਟਾਗਰੀਆਂ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਨੈਸ਼ਨਲ ਇੰਟਰਨੈਸ਼ਨਲ ਪਹੁੰਚਣ ਦਾ। ਖੇਡਾਂ ਦੇ ਕੈਂਪ ਲਾਏ ਜਾਣ ਤਾਂ ਕਿ ਜਿਹੜੇ ਅਨਪ੍ਰਿਵਿਲੇਜਡ ਫੈਮਿਲੀ ਹੈ, ਇਰਰਿਸਪੈਕਟਿਵ ਆਫ ਕਾਸਟ, ਉਹਨਾਂ ਨੂੰ ਇਹ ਸਭਾ ਜਿਹੜੀ ਹੈ ਇਹ ਅੱਗੇ ਲੈ ਕੇ ਜਾ ਸਕੇ। ਔਰ ਮਹਾਮਾਈ ਦਾ ਜੋ ਸ਼ਿੰਗਾਰ ਹੋਣਾ ਹੈ, ਜੋ ਉਹਦੇ ਮਰਿਆਦਾ ਅਪਣਾਈ ਜਾਂਦੀ ਹੈ ਨਵਰਾਤਰਿਆਂ ਦੇ ਦੌਰਾਨ ਤੇ ਉਹਨਾਂ ਦੇ ਦੌਰਾਨ, ਉਹਦਾ ਧਿਆਨ ਰੱਖਿਆ ਜਾ ਸਕੇ ਤੇ ਜਿਹੜੇ ਫਰਜ਼ੀਵਾੜੇ ਅੱਜ ਤੱਕ ਹੋਏ ਨੇ ਉਹਦਾ ਪਰਦਾਫਾਸ਼ ਕੀਤਾ ਜਾ ਸਕੇ। ਕਿਉਂਕਿ ਮਲਟੀਪਲ ਫਰਾਡ ਨੇ, ਦੋਸ਼ੀ ਪਾਰਟੀ ਡਰ ਰਹੀ ਹੈ। ਬਟ ਮਾਨਯੋਗ ਅਦਾਲਤ ਨੂੰ ਮੈਂ ਥੈਂਕ ਯੂ ਕਰਨਾ ਚਾਹੁੰਦਾ ਕਿ ਉਹਨਾਂ ਨੇ ਹੁਣ 2-2 ਦਿਨ ਦੀ ਤਰੀਕ ਦੇਣੀ ਸ਼ੁਰੂ ਕਰਤੀ ਹੈ। ਰੀਸੈਂਟਲੀ ਹੁਣੇ ਅਸੀਂ ਐਪਲੀਕੇਸ਼ਨ ਮੂਵ ਕੀਤੀ ਹੈ ਕਿ ਉਹ ਆਪਣੀ ਪ੍ਰਧਾਨਗੀ ਦੇ ਪ੍ਰੂਫ ਸਾਰੇ ਕੋਰਟ ਦੇ ਅੱਗੇ ਪੇਸ਼ ਕਰਨ, ਥਰੂ ਡਿਊਲੀ ਅਟੈਸਟਿਡ, ਮੋਹਰ ਠੱਪੇ ਲਾ ਕੇ। ਜੇ ਉਹ ਪ੍ਰੂਵ ਕਰ ਜਾਂਦੇ ਨੇ ਤੇ ਰੁਖ ਦੂਜੇ ਪਾਸੇ ਜਾਏਗਾ, ਜੇ ਉਹ ਪ੍ਰੂਵ ਨਹੀਂ ਕਰ ਜਾਂਦੇ ਤੇ ਘੱਟੋ ਘੱਟ 20 ਸਾਲ ਕੈਦ ਹੋਣੀ ਉਹਨਾਂ ਨੂੰ ਔਰ ਜ਼ਮਾਨਤਾਂ ਵੀ ਸ਼ਾਇਦ ਨਾ ਹੀ ਹੋਣ। ਕਿਉਂਕਿ 84 ਤੋਲੇ ਸੋਨਾ ਗਾਇਬ ਹੈ ਮੰਦਿਰ ਚੋਂ, 4 ਕਿਲੋ ਚਾਂਦੀ ਗਾਇਬ ਹੈ, ਕਈ ਭਾਂਡੇ ਚਮਚੇ ਤੱਕ ਗਾਇਬ ਹੋ ਚੁੱਕੇ ਨੇ। ਔਰ ਉਸ ਤੋਂ ਇਲਾਵਾ ਜਿਹੜੀਆਂ ਅਸ਼ਲੀਲ ਹਰਕਤਾਂ ਹੋਰ ਸਾਡੀ ਸਮਾਜ ਦੇ ਲੋਕ ਦੱਸਦੇ ਨੇ, ਉਹ ਹਲੇ ਅਨਰਿਪੋਰਟਡ ਹੈ। ਉਹਦੀ ਵੀ ਟਾਈਮ ਆਏਗਾ ਤੇ ਉਹਦੀ ਵਾਰੀ ਵੀ ਆ ਜਾਏਗੀ। ਔਰ ਇਹਦੇ 'ਚ ਕਈ ਸਾਰੇ ਹੋਰ ਲੋਕ ਵੀ ਸ਼ਾਮਲ ਨੇ ਜਿਨ੍ਹਾਂ ਦਾ ਟਾਈਮ ਪਾ ਕੇ ਨਾਮ ਆਉਂਦਾ ਜਾਏਗਾ। ਸਰ ਇੱਕ ਹੋਰ ਹੈ ਵੀ ਆਪਣਾ ਪੂਰਾ ਹਿੰਦੁਸਤਾਨ ਸਨਾਤਨ ਧਰਮ ਨਾਲ ਜੁੜਿਆ ਹੋਇਆ ਹੈਗਾ ਜੀ, ਤੇ ਇਹਦੇ ਵਿੱਚ ਸਨਾਤਨ ਧਰਮ ਦਾ ਇੱਕ ਬਹੁਤ ਵੱਡਾ ਤੋਹੀਨ ਨਹੀਂ ਕੀਤੀ ਇਸ ਬੰਦਿਆਂ ਨੇ। ਸਰ ਉਹਦੇ ਵਾਸਤੇ ਜਿਹੜੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣਾ, ਜਿਹੜੀ ਇਹ ਤਹਿਸੀਲਦਾਰ ਸਾਹਿਬ ਦੀ ਜਾਲੀ ਮੋਹਰ, ਜਾਲੀ ਸਾਈਨ ਹੈ, ਇਹਦੇ 'ਚ ਦੇਸ਼ ਦਰੋਹ ਦਾ ਮੁਕੱਦਮਾ ਦਰਜ ਹੁੰਦਾ ਹੈ, ਇਹਦੇ 'ਚ ਉਮਰ ਕੈਦ ਹੁੰਦੀ ਹੈ। ਇਹਦੇ ਵਾਸਤੇ ਅਸੀਂ ਐਪਲੀਕੇਸ਼ਨ ਮੂਵ ਕਰ ਚੁੱਕੇ ਹਾਂ ਔਰ ਸਾਡੇ ਨਾਲ ਸਾਡੇ ਹੋਰ ਵੀ ਸੱਜਣ ਜੁੜੇ ਨੇ ਜਿਹੜੇ ਸਨਾਤਨ ਧਰਮ ਦੇ ਜਿਹੜੇ ਜਿੰਨੇ ਵੀ ਮੰਦਿਰ ਨੇ ਜਾਂ ਜਿਹੜੇ ਵੀ ਸਾਡੇ ਗੁਰਦੁਆਰੇ ਮੰਦਿਰ ਨੇ, ਜਿਹੜੇ ਵੀ ਇਸ ਕੈਟਾਗਰੀ 'ਚ ਆਉਂਦੇ ਨੇ, ਜਿਹੜੇ ਇਸ ਮਰਿਆਦਾ ਨੂੰ ਮੰਨਦੇ ਨੇ, ਉਹਨਾਂ ਨੂੰ ਵੀ ਇਕੱਤਰ ਕੀਤਾ ਜਾ ਰਿਹਾ ਹੈ। ਔਰ ਉਹਦੇ ਵਾਸਤੇ ਜੋ ਵੀ ਲੋੜੀਂਦੇ ਸਟੈਪ ਹੈ ਅਸੀਂ ਲੈ ਰਹੇ ਹਾਂ ਔਰ ਬਹੁਤ ਜਲਦੀ ਅਸੀਂ ਇਹਦਾ ਪਰਦਾਫਾਸ਼ ਕਰ ਦਿਆਂਗੇ ਔਰ ਪਬਲਿਕ ਦੇ ਸਾਹਮਣੇ, ਪਬਲਿਕ ਦੀ ਚੀਜ਼, ਪਬਲਿਕ ਦੀ ਸਾਰਾ ਕੁਝ ਉਹਨਾਂ ਨੂੰ ਸਮਾ ਦਿੱਤਾ ਜਾਏਗਾ ਔਰ ਪਬਲਿਕ ਇਹਦਾ ਧਿਆਨ ਰੱਖੇਗੀ ਇਸ ਸਭਾ ਦਾ, ਇਸ ਸਾਡੀ ਸੁਸਾਇਟੀ ਦਾ, ਕਿਉਂਕਿ ਪਬਲਿਕ ਹੈ, ਅਸੀਂ ਸਾਡਾ ਇਹਦੇ 'ਚ ਕੁਝ ਨਹੀਂ ਹੈ। ਇੱਕ ਸਰ ਕਮੇਟੀ ਵੱਲੋਂ ਕਿਹਾ ਜਾ ਰਿਹਾ ਵੀ ਇਹਨਾਂ ਨੇ ਜੋ ਮਤਲਬ ਬੀਐਡ ਵਾਲੇ ਕਾਲਜ ਦੀਆਂ ਲੜਕੀਆਂ ਸੀ, ਉਹਨਾਂ ਨਾਲ ਇਸ ਪੁਰਾਣੀ ਕਮੇਟੀ ਦੇ ਪ੍ਰਧਾਨ ਵਗੈਰਾ ਨੇ ਜਾਂ ਕੁਝ ਨਵੀਂ ਕਮੇਟੀ ਦੱਸਣਾ ਵੀ ਉਹਨਾਂ ਨੇ ਅਸ਼ਲੀਲ ਹਰਕਤਾਂ ਕੀਤੀਆਂ ਨੇ, ਵੀ ਰਿਕਾਰਡਿੰਗ ਵਗੈਰਾ ਇਹਨਾਂ ਦੇ ਕੋਲ ਹੈਗੀ। ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਉਹਨਾਂ ਤੇ ਅੱਗੇ ਕੀ ਕਾਰਵਾਈ ਕਰ ਰਹੇ ਹੋ? ਹਲੇ ਪਹਿਲਾਂ ਮੈਨੂੰ ਜਿਹੜੀ ਇਹਨਾਂ ਦੀ ਪ੍ਰੈਜ਼ੀਡੈਂਟਸ਼ਿਪ ਹੈ, ਜਾਲੀ ਪ੍ਰੈਜ਼ੀਡੈਂਟਸ਼ਿਪ, ਤੇ ਜਿਹੜੀ ਤਹਿਸੀਲਦਾਰ ਦੇ ਜਿਹੜੇ ਲੋਕ ਜਾਲੀ ਮੋਹਰ ਲਾ ਸਕਦੇ ਆ, ਇਹੋ ਜਿਹੀਆਂ ਅਸ਼ਲੀਲ ਹਰਕਤਾਂ ਕਰਨੀਆਂ, ਇਹੋ ਜਿਹੇ ਮੈਸੇਜ ਕਰਨੇ, ਉਹਨਾਂ ਲਈ ਬੜੀ ਛੋਟੀ ਗੱਲ ਹੈ। ਜਿਹੜੇ ਮਾਤਾ ਰਾਣੀ ਦਾ ਜਾਂ ਧਾਰਮਿਕ ਸੰਸਥਾ ਦਾ ਪੈਸਾ ਖਾ ਗਏ, ਇਸ ਤੋਂ ਘਟੀਆ ਗੱਲ ਹੋਰ ਕੀ ਕਰ ਸਕਦੇ ਨੇ? ਆਪਣਾ ਬੱਚਾ ਵੇਚਣ ਵਾਲੀ ਗੱਲ ਕੀਤੀ ਉਹਨਾਂ ਨੇ। ਇਸ ਸੰਸਥਾ ਤੇ ਗਰੀਬ ਆਦਮੀ ਆਪਣੇ ਖੋਤੇ ਤੋਂ, ਆਪਣੇ ਜਾਨਵਰ ਤੋਂ, ਆਪਣੇ ਬਜ਼ੁਰਗ ਤੋਂ ਪੈਸੇ ਵਾਰ ਕੇ ਚੜਾਉਣ ਆਉਂਦਾ ਹੈ ਕਿ ਰੱਬ ਉਹਨੂੰ ਤਾਕਤ ਦੇ, ਉਹਨੂੰ ਬਿਮਾਰੀ ਤੋਂ ਬਾਹਰ ਕੱਢ। ਹਰ ਤਰ੍ਹਾਂ ਦੀ ਆਸ ਮਰਿਆਦ ਲੈ ਕੇ ਕੋਈ ਬੱਚਾ ਮੰਗਣ ਆਉਂਦਾ ਹੈ, ਕੋਈ ਬਜ਼ੁਰਗ ਦੀ ਸਿਹਤ ਮੰਗਣ ਆਉਂਦਾ ਹੈ, ਕੋਈ ਘਰ ਦੇ ਜੀਅ ਦੀ। ਸਾਡੇ ਘਰਾਂ 'ਚ ਜਿਹੜਾ ਲਵੇਰਾ ਉਹਦਾ ਵੀ ਉਹ ਵੀ ਸਾਡਾ ਘਰ ਦਾ ਜੀਅ ਹੈ। ਸੋ ਇਹ ਥਾਵਾਂ ਜਿਹੜੀਆਂ ਪੂਜਾ ਦੇ ਸਥਾਨ ਹੈ, ਇੱਥੋਂ ਅਸੀਂ ਮੰਗਣ ਆਉਂਦੇ ਹਾਂ। ਤੇ ਜਿਹੜਾ ਬੰਦਾ ਇੱਥੇ ਆ ਕੇ ਜਾਲੀ ਮੋਹਰਾਂ ਲਾ ਕੇ ਪੈਸੇ ਖਾ ਸਕਦਾ ਹੈ, ਉਹ ਆਪਣਾ ਬੱਚਾ ਵੀ ਵੇਚ ਸਕਦਾ। ਕਿਸੇ ਕੁੜੀ ਨਾਲ ਤੇ ਕੋਈ ਗੰਦੀ ਹਰਕਤ ਕਰਨੀ ਬਹੁਤ ਛੋਟੀ ਗੱਲ ਉਹਨਾਂ ਲਈ। ਕਿਤੇ ਨਾ ਕਿਤੇ ਸਰ ਜੋ ਸਾਡੇ ਧਰਮ ਦੇ ਲੋਕ ਇਸ ਮੰਦਿਰ ਨਾਲ ਆਸਥਾ ਜੁੜੀ ਹੋਈ ਹੈ, ਉਹਨਾਂ ਦੇ ਮਨ ਤੇ ਠੇਸ ਨਹੀਂ ਪਹੁੰਚੇਗੀ ਸਰ? ਭਾਜੀ ਉਹਨਾਂ ਨੇ ਆਪਣੇ ਉੱਪਰ ਤੇਲ ਪਾਲਿਆ ਸੀ ਔਰ ਉਹ ਮਰਨ ਲੱਗੇ ਸੀ ਔਰ ਉੱਥੋਂ ਡੀਐਸਪੀ ਰੂਲਰ ਆਪਣੇ ਬੂਟ ਛੱਡ ਕੇ ਭੱਜਿਆ। ਉਹਦੇ ਬੂਟ ਅੱਜ ਵੀ ਸਾਡੇ ਕੋਲ ਮੰਦਿਰ 'ਚ ਪਏ ਨੇ, ਸਬੂਤ ਹੈ। ਪ੍ਰਸ਼ਾਸਨ ਨੇ ਵੀ ਇਹਦੇ 'ਚ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਪੁਰਾਣੀ ਸਰਕਾਰ ਦਾ ਪੋਲੀਟੀਕਲ ਪ੍ਰੈਸ਼ਰ ਸੀ ਔਰ ਉਹ ਚਾਹੁੰਦੇ ਸੀ ਕਿ ਇਹ ਘਪਲਾ ਚੱਲਦਾ ਰਹੇ, ਸਾਡਾ ਪਰਦਾਫਾਸ਼ ਕਰਨ ਵਾਲਾ ਕੋਈ ਨਾ ਹੋਵੇ। ਤਕਲੀਫ ਤੇ ਇਸ ਗੱਲ ਦੀ ਹੈ, ਮੈਂ ਚੈਲੰਜ ਕਰਦਾ, ਮੈਂ ਓਪਨ, ਮੇਰਾ ਨਾਂ ਤੁਹਾਡੇ ਸਾਹਮਣੇ ਹੈ, ਸੁਨੀਲ ਮੱਲਨ ਮੇਰਾ ਨਾਂ ਹੈ। ਦੂਜੀ ਪਾਰਟੀ ਕੈਮਰੇ ਸਾਹਮਣੇ ਆ ਕੇ ਬੋਲ ਕੇ ਦਿਖਾਵੇ। ਜੇ ਸੱਚੇ ਨੇ
ਪ੍ਰੂਫ ਲੈ ਕੇ ਆਣ। ਮੈਂ ਤੇ ਅਦਾਲਤ ਨੂੰ ਐਪਲੀਕੇਸ਼ਨ ਦਿੱਤੀ ਹੈ, ਅਦਾਲਤ ਨੇ 30 ਤਰੀਕ ਦਿੱਤੀ ਹੈ। ਇੱਥੋਂ ਦੀ ਤਲਵੰਡੀ ਸਾਬੋ ਦੀ ਅਦਾਲਤ ਸ਼੍ਰੀ ਰਤਨਦੀਪ ਸਰ ਦੀ ਕੋਰਟ 'ਚ 30 ਤਰੀਕ ਮਿਲੀ ਹੈ, ਜਿਹਦੇ ਵਿੱਚ ਉਹ ਪ੍ਰੂਫ ਲੈ ਕੇ ਆਉਣ ਵਾਸਤੇ ਉਹਨਾਂ ਨੂੰ ਕੰਪਲਸਰੀ ਆਰਡਰ ਦਿੱਤੇ ਗਏ ਨੇ, ਮੈਂਡੇਟਰੀ ਆਰਡਰ, ਕਿ ਜਦ ਤੱਕ ਤੁਸੀਂ ਨਹੀਂ ਦਿੰਦੇ ਤਦ ਤੱਕ ਤੁਸੀਂ ਇਸ ਸੂਟ 'ਚ ਅੱਗੇ ਰਿਪਲਾਈ ਜਾਂ ਕੋਈ ਹੋਰ ਚੀਜ਼ ਨਹੀਂ ਮੰਗ ਸਕਦੇ। ਪੋਲੀਟੀਕਲ ਲੋਕਾਂ ਦੀ ਸਰ ਕਿਹੜਿਆਂ ਦੀ ਇਨਵੋਲਵਮੈਂਟ ਸੀਗੀ ਇਹਨਾਂ ਵਿੱਚ? ਸਰ ਉਹਦੇ ਵਾਸਤੇ ਪ੍ਰਧਾਨ ਜੀ ਜਾਂ ਸਾਡੇ ਜਿਹੜੇ ਹੋਰ ਕਮੇਟੀ ਮੈਂਬਰ ਹੈ ਉਹ ਦੱਸਣਗੇ। ਮੈਂ ਲੀਗਲ ਪੱਖ ਸਾਰਾ ਤੁਹਾਨੂੰ ਦਿਲ ਖੋਲ ਕੇ ਪੂਰੇ ਤਰੀਕੇ ਦੱਸ ਸਕਦਾ, ਜਿਹਦੇ ਤੇ ਮੈਂ ਪਹਿਰਾ ਦੇਣਾ। ਮੈਂ ਚੰਡੀਗੜ੍ਹੋਂ ਸਪੈਸ਼ਲ ਮਹਾਮਾਈ ਨੇ ਮੇਰੀ ਵੀ ਡਿਊਟੀ ਲਾਈ ਹੈ, ਉਹ ਸੇਵਾ ਕਰਨ ਆ ਜਾਣਾ। ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਮਿਲਾਂਗੇ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ, ਪਿਆਰ ਭਰੀ ਨਮਸਕਾਰ ਜੀ।